ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 31 ਜਨਵਰੀ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਜਿਹਦੇ ਉੱਤੇ ਅਸੀਂ ਚਾਨਣ ਪਾਉਣਾ, ਪਰ ਚਾਨਣ ਬੜੇ ਧਿਆਨ ਨਾਲ ਪਾਉਣਾ, ਉਹਦੀ ਮਤਲਬ ਹੈ ਖਬਰ ਬੜੀ ਖਤਰਨਾਕ ਜੇ। ਤੁਸੀਂ ਵੀ ਜ਼ਰਾ ਆਪਣੇ ਆਪ ਨੂੰ ਸਾਰੇ ਕੁੰਝ ਕੇ ਬਹਿ ਜਾਓ ਤੇ ਆਪਣੇ ਜਵਾਕਾਂ ਦੇ ਉੱਤੇ ਵੀ ਜ਼ਰਾ ਥੋੜ੍ਹੀ ਜਿਹੀ ਨਜ਼ਰ ਰੱਖੋ, ਕਿਉਂਕਿ ਜਵਾਕ ਜਿਹੜੇ ਨੇ ਉਹ ਕੰਮ ਵੱਡੇ ਹੀ ਪਾਈ ਫਿਰਦੇ ਨੇ। ਏਡੇ ਏਡੇ ਵੱਡੇ ਕੰਮ ਪਾਈ ਫਿਰਦੇ ਨੇ ਕਿ ਬਾਅਦ 'ਚ ਉਹਨਾਂ ਨੂੰ ਆਪ ਨਹੀਂ ਸਮਝ ਆਉਂਦੀ ਵੀ ਸਾਂਭਣਾ ਕਿਵੇਂ। ਨਾ ਉਹਨਾਂ ਕੋਲੋਂ ਆਪ ਉਹ ਕੰਮ ਸਾਂਭੇ ਜਾਂਦੇ ਨੇ ਤੇ ਨਾ ਫਿਰ ਘਰ ਵਾਲਿਆਂ ਕੋਲ ਸਾਂਭੇ ਜਾਂਦੇ ਨੇ। ਬਹਰਹਾਲ ਕੰਮ ਮੁੰਡੇ ਨੇ ਵੱਡਾ ਪਾ ਦਿੱਤਾ ਤੇ ਉਹ ਤੁਹਾਡੇ ਸਾਹਮਣੇ ਮੈਂ ਰੱਖਣਾ ਵੀ ਕੀ ਪਾਇਆ। ਲੇਕਿਨ ਇਹ ਮੁੰਡਾ ਜਿਹੜਾ ਇਹਦਾ ਵੀ ਕਸੂਰ ਨਹੀਂ ਹੈ। ਮੇਰਾ ਖਿਆਲ ਹੈ ਨਿੱਕੇ ਹੁੰਦਿਆਂ ਇਹਨੇ ਕਿਤੇ ਸਕੂਲ ਦੇ ਵਿੱਚ ਉਹ ਕਿਤਾਬ 'ਚ ਸ਼ੇਰ ਪੜ੍ਹ ਲਿਆ ਅਲਾਮਾ ਇਕਬਾਲ ਸਾਹਿਬ ਦਾ ਕਿ ਮੁਹੱਬਤ ਮੁਝੇ ਉਨ ਜਵਾਨੋਂ ਸੇ ਹੈ ਸਿਤਾरों पे जो डालते हैं कमंद। ਉਹ ਹੁਣ ਇਹਨੇ ਕਿਤੇ ਕਮੰਦ ਸੁੱਟੀ ਹੈ ਤੇ ਉਹ ਕਮੰਦ ਜਾ ਕੇ ਕਿਤੇ ਸਿਤਾਰੇ ਦੀ ਜਗ੍ਹਾ ਤੇ ਕੋਈ ਇੱਧਰ ਉੱਧਰ ਵੀ ਡਿੱਗੀ ਪੈਂਦੀ ਹੈ ਨਾ। ਇਹਨੇ ਖਿੱਚ ਲਿਆ ਕੰਮ ਨੂੰ ਕਿ ਚਲੋ ਕਮੰਦ ਪੈ ਗਈ। ਉਹ ਜਦੋਂ ਅੱਗੋਂ ਖਿੱਚਿਆ ਤੇ ਤਰਾਹ ਨਿਕਲ ਗਿਆ। ਹੁਣ ਉਹਨੂੰ ਸਮਝ ਨਹੀਂ ਆਉਣ ਡਈ ਵੀ ਮੈਂ ਕਰਾਂ ਕੀ। ਬਹਰਹਾਲ ਇਹ ਉਹੀ ਕੰਮ ਹੋਇਆ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵੀ ਮੱਛੀ ਫੜਨ ਜਾਈਏ ਤੇ ਉਹ ਗਡੋਇਆ ਲਾ ਕੇ, ਸ਼ਹਿਰਾਂ 'ਚ ਤੇ ਬੜਾ ਕੁਝ ਲੱਭਦਾ, ਪਿੰਡਾਂ 'ਚ ਤੇ ਗਡੋਇਆ ਲਾ ਕੇ, ਜਿਹੜਾ ਪਹਿਲਾਂ ਗਡੋਇਆ ਫੜੀਦਾ ਫਿਰ ਉਹਨੂੰ ਲਾ ਕੇ ਤੇ ਫਿਰ ਉਹਦੇ ਨਾਲ ਮੱਛੀ ਫੜੀ ਦੀ ਹੈ। ਤੇ ਉਹ ਗਡੋਇਆ ਲਾ ਕੇ ਜਿਸ ਵੇਲੇ ਸੁੱਟੀ ਦੀ ਸੀ ਤੇ ਉਹ ਕਈ ਵਾਰੀ ਬੜਾ ਭਾਰਾ ਕੰਮ ਅੱਗੋਂ ਸਮਝ ਆਉਂਦਾ ਸੀ ਹੈਂ। ਤੇ ਰੱਸੀ ਖਿੱਚੀ ਦੀ ਸੀ ਤੇ ਲੱਗਦਾ ਸੀ ਵੀ ਭਾਰੀ ਮੱਛੀ ਫਸੀ ਹੈ। ਉਹ ਬਾਹਰ ਖਿੱਚੀ ਦੇ ਅੰਦਰੋਂ ਕੋਈ ਪੁਰਾਣਾ ਲਿੱਤਰ ਪਿਆ ਨਜ਼ਰ ਆਉਂਦਾ ਸੀ, ਜਿਹੜਾ ਮੇਰਾ ਮਤਲਬ ਉਹ ਨਿਕਲਦਾ ਸੀ, ਉਹ ਕਿਤੇ ਫਸ ਜਾਂਦਾ ਸੀ ਕੁੰਡੀ ਨਾਲ। ਇਸ ਲਈ ਇਹ ਹੁਣ ਇੱਥੇ ਤੇ ਲਿੱਤਰ ਦੀ ਗੱਲ ਨਹੀਂ, ਇੱਥੇ ਤੇ ਅਮਰੀਕੀ ਦੁਸ਼ੀਜ਼ਾ ਦੀ ਗੱਲ ਹੋਣ ਡਈ। ਇਹ ਜਿਹੜੀ ਹੁਣ ਦੁਸ਼ੀਜ਼ਾ ਹੈ, ਤੁਸੀਂ ਰੋਮੀਓ ਜੂਲੀਅਟ ਦੀ ਗੱਲ ਤੇ ਸੁਣੀ ਹੈ। ਇੱਥੇ ਰੋਮੀਓ ਤੇ ਦੇਸੀ ਹੈ, ਮਤਲਬ ਕਿ ਰਾਂਝਾ ਤੇ ਰਾਂਝਾ ਹੀ ਹੈ। ਉਹ ਭਾਵੇਂ ਉਹਨੂੰ ਰੋਮੀਓ ਆਖ ਲਓ ਤੇ ਭਾਵੇਂ ਰਾਂਝਾ ਆਖ ਲਓ। ਜੂਲੀਅਟ ਜਿਹੜੀ ਹੈ ਉਹ ਅਮਰੀਕੀ ਹੈ, ਬੜੀ ਮਾਸ਼ਾਅੱਲਾ ਸੋਹਣੀ ਸੁਨੱਖੀ ਹੈ। ਤੇ ਮੁੰਡੇ ਨੇ ਜਿਹੜਾ ਉਹ ਅੱਖਾਂ ਜਾ ਲੜਾਈਆਂ ਨੇ ਤੇ ਹੱਥ ਭਾਰੇ ਥਾਂ ਤੇ ਪੈ ਗਿਆ। ਇੱਕ ਤੇ ਤੁਸੀਂ ਦੰਦ ਬੜੇ ਕੱਢਦੇ ਹੋ, ਉਹ ਬਈ ਹੱਥ ਪੈਣਾ ਪੰਜਾਬੀ ਦਾ ਇੱਕ ਐਕਸਪ੍ਰੈਸ਼ਨ ਹੈ। ਉਸ ਪੰਜਾਬੀ ਜ਼ੁਬਾਨ ਦੇ ਉੱਤੇ ਵੀ ਕਦੇ ਗੌਰ ਕਰ ਲਿਆ ਕਰੋ। ਪੰਜਾਬੀ ਚਾਹੁੰਦੇ ਨੇ ਵੀ ਮੇਰਾ ਹੱਥ ਨਹੀਂ ਪੈਂਦਾ, ਜੇ ਕਿਤੇ ਮੈਨੂੰ ਤੁਸੀਂ ਹੱਥ ਪਵਾਵੋ ਤੇ ਮੈਂ ਆਹ ਕੰਮ ਕਰ ਲਾਂ। ਜੇ ਮੇਰਾ ਹੱਥ ਪੈਂਦਾ ਹੋਵੇ ਤੇ ਮੈਂ ਆਹ ਕੰਮ ਕਰ ਲੈਂਦਾ। ਜੇ ਮੇਰਾ ਉਸ ਵੇਲੇ ਹੱਥ ਪੈਂਦਾ ਤੇ ਮੈਂ ਇਹ ਕਰ ਦੇਣਾ ਸੀ। ਤੇ ਹੱਥ ਪਾਉਣ ਦਾ ਮਤਲਬ ਹੁੰਦਾ ਕੋਈ ਕੰਮ ਸ਼ੁਰੂ ਕਰਨਾ, ਕਿਸੇ ਕੰਮ ਦੇ ਵਿੱਚ ਪੰਗਾ ਲੈ ਲੈਣਾ, ਜਾਂ ਕਿਸੇ ਕੰਮ ਨੂੰ ਕਿਸੇ ਤਰੀਕੇ ਨਾਲ ਵੀ ਇਨੀਸ਼ੀਏਟ ਕਰ ਲੈਣਾ। ਮੁੰਡੇ ਨੇ ਹੱਥ ਭਾਰੇ ਥਾਂ ਤੇ ਪਾ ਲਿਆ, ਤੁਸੀਂ ਐਵੇਂ ਹੀ ਦੰਦ ਕੱਢਣ ਡਏ ਹੋ। ਉਹ ਹੱਥ ਇੰਨੇ ਭਾਰੇ ਥਾਂ ਤੇ ਮਤਲਬ ਤਗੜੇ ਥਾਂ ਤੇ ਪਾ ਲਿਆ। ਉਹ ਜਿਸ ਵੇਲੇ ਆ ਕੇ ਵਜਿਆ, ਮਤਲਬ ਉਧਰੋਂ ਉਹ ਹੀਰ ਸਾਹਿਬਾ ਆ ਕੇ ਵੱਜੀ ਤੇ ਉਸ ਤੋਂ ਬਾਅਦ ਚਿਰਾਗਾਂ 'ਚ ਰੌਸ਼ਨੀ ਨਾ ਰਹੀ। ਮਤਲਬ ਮੁੰਡਾ ਕੀ ਨਾਲ ਪੂਰਾ ਟੱਬਰ ਹੀ ਉਹਨਾਂ ਨੂੰ ਭਜੌੜ ਪੈ ਗਈ। ਇਹ ਹੁਣ ਖਬਰ ਇਹ ਹੈ ਜੀ ਕਿ 19 ਸਾਲ ਦਾ ਮੁੰਡਾ ਤੇ ਸਿਤਾਰਿਆਂ ਤੇ ਕਮੰਦ ਪਾਉਣ ਦਾ ਉਹਨੇ ਖਿਆਲ ਕੀਤਾ ਸੀ ਤੇ ਇੰਟਰਨੈਟ ਦੇ ਥਰੂ ਉਹਨੇ ਕਮੰਦ ਸੁੱਟੀ ਤੇ ਕਮੰਦ ਜਾ ਡਿੱਗੀ ਆਪਣਾ ਅਮਰੀਕਾ ਦੇ ਵਿੱਚ। ਤੇ ਅਮਰੀਕਾ 'ਚ ਜਾ ਉਹ ਇਹ ਜਿਹੜੀ ਬੀਬੀ ਭੈਣ ਹੈ ਸਾਡੀ ਇੱਥੇ ਜਾ ਪਈ। ਉਹਨੇ ਫੈਸਲਾ ਕੀਤਾ, ਉਹਨੂੰ ਮੁੰਡਾ ਚੰਗਾ ਬੜਾ ਲੱਗਾ। ਮੁੰਡੇ ਨੂੰ ਇਹ ਸੀ ਵੀ ਮੈਂ ਕਿਹੜਾ ਕੋਈ, ਮੇਰਾ ਮਤਲਬ ਹੈ ਕਿ ਆਪਣਾ ਪਸੰਦ ਸਾਡੀ, ਖਰਚਾ ਸੱਜਣਾ ਦਾ, ਵੀ ਅਸੀਂ ਤਾਂ ਗੱਪਸ਼ਪ ਹੀ ਲਾਉਣੀ ਹੈ, ਕਿਹੜਾ ਇਸ ਤੋਂ ਕੋਈ ਗਾਂਹ ਗੱਲ ਕਰਨੀ ਹੈ। ਉਹਨੇ ਆਖਿਆ ਵੀ ਗੱਪਸ਼ਪ ਲਾਉਣੇ ਆ, ਚਲੋ ਸਵਾਦ ਲੈਂਦੇ 4 ਦਿਨ ਗੱਪ ਲਾਉਣ ਦਾ, ਉਸ ਤੋਂ ਬਾਅਦ ਗਮ ਮੁੱਕ ਜਾਏਗਾ। ਉਹ ਜਿਹੜੀ ਜੂਲੀਅਟ ਸੀ ਉਹਨੂੰ ਬਹੁਤਾ ਪਿਆਰ ਹੋ ਗਿਆ। ਤੇ ਤੁਹਾਨੂੰ ਪਤਾ ਵੀ ਹੀਰ ਭਾਵੇਂ ਦੇਸੀ ਹੋਵੇ ਤੇ ਭਾਵੇਂ ਵਿਲਾਇਤੀ ਹੋਵੇ, ਜਦੋਂ ਹੀਰ ਨੂੰ ਪਿਆਰ ਹੋ ਜਾਏ ਤੇ ਫਿਰ ਉਹ ਸੋਹਣੀ ਮਹੀਂਵਾਲ ਤਰ੍ਹਾਂ ਸੋਹਣੀ ਤਰ੍ਹਾਂ ਉਹ ਫਿਰ ਰੁੜ ਜਾਂਦੀ ਹੈ, ਭਾਵੇਂ ਉਹਨੂੰ ਕੱਚੇ ਘੜੇ ਤੇ ਬਹਿ ਕੇ ਆਉਣਾ ਪਵੇ। ਇਹ ਵੀ ਜਿਹੜੀ ਕਰਮਾਂ ਵਾਲੀ ਹੈ, ਕੱਚੇ ਘੜੇ ਤੇ ਬੈਠੀ ਤੇ ਆ ਕਰਾਚੀ ਉਤਰੀ। ਜਿਸ ਵੇਲੇ ਕਰਾਚੀ ਉਤਰੀ ਤੇ ਉਹ ਮੇਰਾ ਖਿਆਲ ਹੈ ਮੁੰਡੇ ਨੇ ਜਿਸ ਵੇਲੇ ਪਤਾ ਨਹੀਂ ਹੁਣ ਮਿਲਿਆ ਕਿ ਮਿਲ ਕੇ ਤਰਾਹ ਨਿਕਲਿਆ ਜਾਂ ਉਸ ਤੋਂ ਬਗੈਰ ਉਹਦਾ ਤਰਾਹ ਨਿਕਲਿਆ ਵੀ ਇਹ ਤੇ ਅੱਪੜ ਹੀ ਗਈ ਹੈ। ਕਿਤੇ ਤੁਸੀਂ ਦੰਦ ਬੜੇ ਕੱਢਦੇ ਜੇ, ਮੈਂ ਕੋਈ ਇਸ ਤੋਂ ਨਹੀਂ ਆਖਣ ਡਿਆ ਕਿ ਤਰਾਹ ਕੋਈ ਇਹਨਾਂ ਨੂੰ ਮਿਲ ਕੇ ਨਿਕਲਿਆ, ਹੋ ਸਕਦਾ ਵੈਸੇ ਮਿਲਣ ਤੋਂ ਬਗੈਰ ਹੀ ਨਿਕਲ ਗਿਆ ਹੋਵੇ। ਬਹਰਹਾਲ ਉਹਨੇ ਜਿਸ ਵੇਲੇ ਮਿਲਿਆ ਉਹਨੇ ਕਿਹਾ ਜੀ ਇਹ ਤੇ ਪੂਰੇ ਤੋਪਖਾਨੇ ਨਾਲ ਹਮਲਾਵਰ ਹੋ ਗਈ ਹੈ ਭੈਣ ਸਾਡੀ। ਮੇਰਾ ਮਤਲਬ ਹੈ ਕਿ ਇਹਨੇ ਤੇ ਤੁਸੀਂ ਉਹ ਛੰਮ ਚੌੜੀਆਂ ਦੀ ਜਿਹੜੀ ਇਹ ਫੌਜ ਤੇ ਉੱਥੇ ਲੜਾਈ ਤੇ ਸੁਣੀ ਸੀ, ਪਰ ਇਹ ਜਿਹੜੀ ਲੜਾਈ ਹੈ ਇਹ ਤੇ ਉਸ ਤੋਂ ਵੀ ਵੱਡਾ ਕੰਮ ਗਰਕਾਟ ਹੋ ਗਿਆ। ਉਹ ਜਿਸ ਵੇਲੇ ਇਹਨੇ ਉੱਥੇ ਚੜ੍ਹਾਈ ਕੀਤੀ ਤੇ ਉਹ ਅਪਾਰਟਮੈਂਟ 'ਚ ਪੂਰਾ ਟੱਬਰ ਰਹਿੰਦਾ ਸੀ। ਮੁੰਡਾ ਜਿਹੜਾ ਮਾਂ ਪਿਓ ਨੂੰ ਨਾਲ ਲੈ ਕੇ ਉਹਨੇ ਜਿਸ ਵੇਲੇ ਮੇਰਾ ਖਿਆਲ ਹੈ ਮਾਹੌਲ ਮਾਂ ਪਿਓ ਨੂੰ ਦਿਖਾਇਆ ਤੇ ਉਹਨਾਂ ਆਖਿਆ ਵੀ ਪੁੱਤਰ ਤੂੰ ਕੰਮ ਬਹੁਤਾ ਹੀ ਭਾਰੇ ਥਾਂ ਤੇ ਪਾ ਲਿਆ। ਪੂਰਾ ਟੱਬਰ ਉੱਥੋਂ ਅਪਾਰਟਮੈਂਟ ਨੂੰ ਜੰਦਰਾ ਮਾਰ ਕੇ ਤਾਲਾ ਮਾਰ ਕੇ ਤੇ ਨਿਕਲ ਗਿਆ। ਪਰ ਉਹ ਜਿਹੜੀ ਕਰਮਾਂ ਵਾਲੀ ਹੈ, ਮੇਰਾ ਮਤਲਬ ਹੀਰ ਜਿਹੜੀ ਉੱਥੋਂ ਤੁਰੀ ਹੈ, ਉਹ ਤਾਂ ਹੁਣ ਮੁੜਨ ਵਾਲੀ ਨਹੀਂ ਹੈ। ਅੱਛਾ ਹੁਣ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਕਿਹੋ ਜਿਹੀ ਇਮੈਚੋਰ ਜੀ ਖਬਰ ਹੈ ਜਿਹਦੇ 'ਤੇ ਲੱਗੇ ਜੇ। ਮੈਂ ਤੁਹਾਨੂੰ ਦੱਸਣਾ ਹੈ ਬਾਅਦ 'ਚ ਇਹ ਵੀ ਖਬਰ ਕਿਤੇ ਨਾ ਕਿਤੇ ਚੌਧਰੀ ਨਿਜ਼ਾਮਦੀਨ ਸਾਹਿਬ ਨਾਲ ਲਿੰਕ ਹੋਣੀ, ਮੈਂ ਤੁਹਾਨੂੰ ਦੱਸਣਾ। ਉਹ ਉੱਥੇ ਬਹਿ ਗਈ, ਉਹਨੇ ਨਾਲ ਸਿਗਰਟ ਲਾ ਲਈ। ਉਹਨੇ ਜਿਸ ਵੇਲੇ ਸੂਟਾ ਮਾਰਿਆ ਤੇ ਆਵਾਮ ਤੇ ਇੱਕ ਵਾਰ ਹੋ ਗਈ ਪਰੇਸ਼ਾਨ ਕਿ ਬਈ ਇਹਦੇ, ਔਰ ਨਾਲ ਇਹ ਜਿਹੜੀ ਬੀਬੀ ਹੈ ਨੱਕ ਥਾਣੀ ਧੂੰ ਵੀ ਕੱਢਦੀ ਹੈ, ਇਹ ਸਿਗਰਟ ਪੀ ਕੇ ਨੱਕ ਥਾਣੀ ਵੀ ਧੂੰ ਕੱਢਦੀ। ਜਦੋਂ ਇਹਨੇ ਧੂੰ ਕੱਢਿਆ ਤੇ ਆਵਾਮ ਤੇ ਪਰਾਂ ਹੋ ਗਈ। ਬਹਰਹਾਲ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਨੂੰ ਵਕਤ ਪੈ ਗਿਆ। ਹੁਣ ਇੱਥੋਂ ਪਹਿਲਾਂ ਤਾਂ ਇਹ ਵੇਖੋ ਵੀ ਜਦੋਂ ਹੁਕਮਰਾਨ ਤਗੜਾ ਹੋਵੇ ਤੇ ਪਿਛਲੇ ਪਾਸੇ ਮੁਲਕ ਤਗੜਾ ਹੋਵੇ ਤੇ ਉੱਥੋਂ ਦਾ ਜਿਹੋ ਜਿਹਾ ਮਰਜ਼ੀ ਬੰਦਾ ਵੀ ਆ ਜਾਏ, ਜਿਹੋ ਜਿਹਾ ਮਤਲਬ ਕਿ ਕੋਈ ਬੰਦਾ ਵੀ ਆ ਜਾਏ ਜਿਹਦਾ ਕੋਈ ਇੱਥੇ ਕੋਈ ਪ੍ਰੋਪਰ ਕੋਈ ਇਹਦਾ ਇਸਤਹਿਕਾਕ ਹੋਵੇ ਨਾ ਹੋਵੇ,
ਉਹਨੂੰ ਵੀ ਫਿਰ ਪੂਰੀ ਸਿਕਿਉਰਿਟੀ ਦੇਣੀ ਪੈਂਦੀ। 2 ਪੁਲਿਸ ਵਾਲੇ ਉਹਦੇ ਨਾਲ ਲਾਤੇ ਜੀ ਉਹਦੀ ਹਿਫਾਜ਼ਤ ਵਾਸਤੇ। ਉਹਨੂੰ ਸਰਕਾਰੀ ਗੱਡੀ ਵੀ ਦੇ ਦਿੱਤੀ ਵੀ ਜਿੱਥੇ ਮਰਜ਼ੀ ਤੁਰੀ ਫਿਰ ਬੀਬੀ ਤੂੰ ਹੁਣ। ਉਹ ਜਾ ਬੈਠੀ ਅਪਾਰਟਮੈਂਟ ਦੇ ਥੱਲੇ ਚੌਂਕੜੀ ਮਾਰ ਕੇ ਮਾਰਿਆ ਸੂਟਾ। ਉਹਨੇ ਕਿਹਾ ਕਿੱਥੇ 19 ਸਾਲ ਦਾ ਮੇਰਾ ਜਿਹੜਾ ਮਜਨੂ ਹੈ, ਲਿਆਓ ਉਹਨੂੰ, ਮੈਂ ਤਾਂ ਉਹਦੇ ਨਾਲ ਵਿਆਹ ਕਰਨਾ। ਮੈਂ ਪੈਸਿਆਂ ਦੇ ਪਿੱਛੇ ਨਹੀਂ, ਮੈਂ ਤਾਂ ਸੱਚਾ ਇਸ਼ਕ ਲੱਭਦੀ ਫਿਰਦੀ ਹਾਂ। ਬੱਲੇ ਬੱਲੇ ਬੱਲੇ। ਉਹਨੇ ਆਖਿਆ ਮੈਨੂੰ ਸੱਚਾ ਇਸ਼ਕ ਲੱਭੇਗਾ ਤੇ ਮੈਂ ਵਾਪਸ ਜਾਵਾਂਗੀ। ਮੁੰਡਾ ਹੁਣ ਹੋ ਗਿਆ ਰਫੂ ਚੱਕਰ, ਉਹ ਵਿਆਹ ਨਹੀਂ ਕਰਦਾ। ਮੈਂ ਹੁਣ ਟਵਿੱਟਰ ਦੇ ਉੱਤੇ ਵੀ ਕੋਈ ਟਵੀਟ ਵੇਖੇ ਨੇ, ਕੁਝ ਸਾਡੀਆਂ ਭੈਣਾਂ ਨੇ ਆਖਿਆ ਵੀ ਬਿਲਕੁਲ ਡਟੀ ਰਹਿ ਤੇ ਇਹ ਹੁਣ ਜਦੋਂ ਤੱਕ ਵਿਆਹ ਨਹੀਂ ਕਰਦਾ ਇਹਨੂੰ ਸਬਕ ਸਿਖਾ। ਉਹ ਬੀਬੀ ਚਲੋ ਤੁਹਾਨੂੰ ਕੋਈ ਕਸਰ ਹੋਏਗੀ, ਮੇਰਾ ਮਤਲਬ ਕਿ ਤੁਹਾਨੂੰ ਕੋਈ ਗੁੱਸਾ ਹੋਏਗਾ ਭੈਣ ਮੇਰੀ, ਇਹ ਠੀਕ ਹੈ, ਕੋਈ ਆਪਣਾ ਗੁੱਸਾ ਹੋਏਗਾ, ਪਰ ਮੁੰਡਾ 19 ਸਾਲ ਦਾ ਹੈ, ਕੋਈ ਗਲਤੀ ਹੋ ਗਈ। 18 ਦਾ ਪਿਛਲੇ ਸਾਲ ਹੀ ਹੋਇਆ। ਅਗਰ ਉਹਨੇ ਮੇਰਾ ਮਤਲਬ ਵਾਅਦਾ ਅਗਾਂਹ ਪਿਛਾਂ ਕਰ ਲਿਆ ਤੇ ਏਡਾ ਉੱਤੇ ਹੁਣ ਜ਼ੁਲਮ ਨਾ ਕਰੋ ਨਾ ਉਹਦੇ ਨਾਲ। ਤੁਸੀਂ ਉਹਦੀਆਂ ਭੈਣਾਂ ਹੋ, ਉਹਦੇ ਨਾਲ ਖਲੋਵੋ, ਇਸ ਤਰ੍ਹਾਂ ਨਾ ਕਰੋ। ਬਹਰਹਾਲ ਮਕਸਦ ਮੁਖਤਸਰ ਇਹ ਹੈ ਕਿ ਅੱਗੋਂ ਅਸੀਂ ਤੁਹਾਨੂੰ ਪਤਾ ਸਾਡੇ ਚੌਧਰੀ ਸਾਹਿਬ ਨੇ ਜਿਹੋ ਜਿਹੇ ਬੰਦੇ ਲਾਏ ਨੇ, ਮੈਂ ਤੁਹਾਨੂੰ ਦੱਸਿਆ ਵੀ ਚੌਧਰੀ ਸਾਹਿਬ ਨੂੰ ਵੀ ਇਹੋ ਜਿਹੇ ਬੰਦੇ ਪਸੰਦ ਨੇ। ਜੀ ਕਰੇ ਤੇ ਜਿਹੜੀ ਬੀਬੀ ਆਈ ਹੈ ਇਹਨੂੰ ਚੌਧਰੀ ਸਾਹਿਬ ਆਖਣ ਵੀ ਤੂੰ ਪੰਜਾਬ ਦੀ ਚੀਫ ਮਿਨਿਸਟਰ ਤੇ ਸਾਡੇ ਕੋਲ ਹੈਗੀ ਹੈ, ਜਾਂ ਕੋਈ ਹੋਰ, ਮੇਰਾ ਮਤਲਬ ਹੈ ਕਿ ਉਹ ਵੀ ਧੜੱਲੇ ਵਾਲੀ ਹੈ ਬੀਬੀ, ਤੇ ਤੂੰ ਵੀ ਧੜੱਲੇ ਵਾਲੀਆਂ, ਡਰਦੀ ਡੁਰਦੀ ਕੋਈ ਨਹੀਂ, ਤੇ ਤੈਨੂੰ ਵੀ ਕੋਈ ਪੋਜੀਸ਼ਨ ਦੇ ਦਿੰਦੇ। ਬਹਰਹਾਲ ਜਿਹੜੇ ਇਸ ਵੇਲੇ ਉਹੋ ਜਿਹੇ ਗਵਰਨਰ ਲਾਏ ਨੇ ਉਹਨਾਂ ਨੇ ਸਿੰਧ ਦੇ ਆਪਣਾ ਟਸੋਰੀ ਸਾਹਿਬ, ਟਪੋਰੀ ਕਹਿ ਦੇਣ ਲੱਗਾ ਸਾਂ, ਟਸੋਰੀ ਸਾਹਿਬ ਜਿਹੜੇ ਗਵਰਨਰ ਲਾਏ ਨੇ, ਉਹਨਾਂ ਨੇ ਆਖਿਆ, ਉਹਨਾਂ ਨੇ ਇਹ ਨਹੀਂ ਸ਼ਰਮਿੰਦਗੀ ਕੀਤੀ ਵੀ ਉਹ ਕੁੜੀ ਦੇ ਨਾਲ, ਚਲੋ ਜੋ ਵੀ ਹੈ ਉਹਦੇ ਨਾਲ ਜਿਹੜੇ ਵੀ ਵਾਅਦੇ ਵਈਦ ਕਰਕੇ ਉਹਨੂੰ ਸੱਦਿਆ, ਆਂਦੇ ਨੇ ਵੀ ਮੁੰਡੇ ਦਾ ਟੈਲੈਂਟ ਚੈੱਕ ਕਰੋ। ਭੱਲੇ ਹੋ ਸ਼ੇਰ ਬੱਗੇ ਹੋ, ਇਹ ਗਵਰਨਰ ਦੀ ਜ਼ਰਾ ਹਰਕਤਾਂ ਵੇਖੋ। ਆਂਦੇ ਨੇ ਮੁੰਡੇ 'ਚ ਟੈਲੈਂਟ ਤੇ ਹੈਗਾ ਨਾ, ਵੀ ਕਿੱਥੋਂ ਉਹਨੇ ਅਮਰੀਕਾ ਤੋਂ ਕੁੰਡੀ ਫਸਾਈ ਹੈ ਤੇ ਕੁੜੀ ਇੱਥੇ ਸੱਦ ਲਈ। ਬਾਹਰੋਂ ਕੁੜੀ ਉੱਥੇ ਫਰਾਟੇ ਮਾਰਦੀ ਫਿਰਦੀ ਹੈ ਜੀ। ਹੁਣ ਉਹ ਆਂਦੀ ਹੈ ਵੀ ਮੈਨੂੰ ਜਿਹੜਾ ਨਾ ਉਹ ਬੰਦਾ ਦਿਓ ਕੋਈ, ਉਹ ਜਿਹੜਾ ਬੰਦਾ ਕੋਈ ਨਹੀਂ, ਉਹ ਜਿਹੜਾ 19 ਸਾਲ ਵਾਲਾ। ਅੱਗੋਂ ਆ ਇੱਕ ਬਾਬਾ ਜੀ ਟੱਕਰੇ ਨੇ। ਇਹ ਜ਼ਰਾ ਪਹਿਲਾਂ ਕੁੜੀ ਦੀ ਗੱਲਬਾਤ ਸੁਣ ਲਓ ਵੀ ਉਹ ਕੀ ਆਂਦੀ ਹੈ, ਤੇ ਫਿਰ ਬਾਬਾ ਜੀ ਦੀ ਸੁਣ ਲਓ, ਫਿਰ ਅਗਲੀ ਖਬਰ ਤੇ ਚੱਲਨੇ। ਫਿਰ ਤੁਹਾਨੂੰ ਦੱਸਣਾ ਵੀ ਇਹ ਚੌਧਰੀ ਸਾਹਿਬ ਨਾਲ ਰਿਲੇਟ ਕਿਸ ਤਰ੍ਹਾਂ ਕਰਦੀ ਹੈ। Why are you in Pakistan? Give me 3,000 a week, and maybe I'll say something. You had come to Pakistan to marry one guy. I don't know what you're talking about. Why are you staying over here? It's none of your business. हम आने वाले मेहमान को यहाँ पे खुशामदीद कहते हैं। मैं शादी करना चाहता हूँ इस खातून से। निकनेम मेरा पप्पू है, एज है मैं 62 ईयर। मैंने अभी एक नया मकान लिया है गुस्से मेहमान में, मैं इनको वहाँ रिहाइश भी दूंगा। अब भाई गिव एंड टेक है, वो कोई दूध की धुली भी नहीं है। मेरी डिमांड सिर्फ इतनी सी है कि मैं इनका खर्चा जो $5,000 है वो भी दूंगा। मेरी डिमांड है $50,000 रख दे, मुझे साथ ले जा। मैंने अपनी वाइफ को भी मैसेज कर दिया है कि मैं शादी कर लूंगा। वो एग्री नहीं होगी क्योंकि वो खुद कंगली है वहाँ की। ये खातून एंट्रेस साहिबा जो यहाँ पाकिस्तान में आई है, मैं मोहम्मद इस्माइल वेलफेयर ट्रस्ट की तरफ से इनको वेलकम करता हूँ। गो के इनके साथ उन्होंने जो है चीटिंग की या वादा खिलाफी की है, लेकिन हम आने वाले मेहमान को यहाँ पे खुशामदीद कहते हैं। अगर ये वाकई खातून संजीदा है और यहाँ पे शादी करना चाहती हैं, तो यहाँ बसना चाहती हैं, तो मैंने अभी एक नया मकान लिया है गुस्से मेहमान में, मैं इनको वहाँ रिहाइश भी दूंगा अपने यहाँ, क्योंकि मैं और सिर्फ मेरी वालदा हम लोग अकेले ही रहते हैं। और मजीद बना मैं इनका खर्चा जो $5,000 है वो भी दूंगा। मैं जो है मतलब नाम मेरा अब्दुल रहीम है और मैं शादी करना चाहता हूँ इस खातून से। पेशे से इस वक्त मैं ड्राइवर हूँ, वैसे मैं पीटीसीएल से रिटायर हूँ। और मैंने अपनी वाइफ को भी मैसेज कर दिया है कि मैं शादी कर लूँगा अगर मुझे इजाज़त हो गई। वैसे तो इस्लाम में नहीं है कि आप बेगम से पूछें, लेकिन अगर पूछना है तो मैंने वो बता दिया है उनको और मैं करने के लिए तैयार हूँ। मेरी डिमांड सिर्फ इतनी सी है कि वो अगर हिंदू है या क्रिश्चियन है या ईसाई है तो वो मुसलमान हो जाए, बस ये मेरी डिमांड है, उसके अलावा कोई नहीं। गिव एंड टेक है, मैं कोई शादी का नहीं हूँ। अगर वो अमेरिका से आई है अपनी ख्वाहिशात के लिए आई है, अब जिस नौजवान ने उसे देखा हो गरीब, उसके बच्चों से भी छोटा है, वो भाग गया। अब रहा मैं, मेरा नाम शरीफ शेरानी है निकनेम मेरा पप्पू है, एज है मैं 62 ईयर। मैं दादा भी हूँ नाना भी हूँ। अब भाई गिव एंड टेक है, वो कोई दूध की धुली भी नहीं है। आइए तो मेरी डिमांड है $50,000 रख दे, मुझे साथ ले जाए, मैं चला जाऊंगा। दैट्स ऑल। वहां जाके अपनी आंखें भी चेक करा लूंगा लॉस एंजलिस में। बाकी ये है कि ये मेरी है, अगर उस पे एग्री है तो मैं उससे बात भी कर लूंगा। अब वो एग्री नहीं होगी क्योंकि वो खुद कंगली है वहां की, तो क्या देगी? वो खुद पैसे मांग रही है, हमें क्या देगी? ओके ऑलराइट बाय, सी यू अगेन। ਸੁਣ ਲੀਜੇ ਸਾਰੀ।
ਹੁਣ ਇਹ ਚੌਧਰੀ ਸਾਹਿਬ ਨਾਲ ਰਿਲੇਟ ਇਸ ਤਰ੍ਹਾਂ ਕਰਦੀ ਹੈ ਕਿ ਚੌਧਰੀ ਸਾਹਿਬ ਪਿਛਲੇ ਦਿਨੋਂ ਜੈਂਟਰੀ ਬੀਚ ਨੂੰ ਵੀ ਲੈ ਕੇ ਆਏ ਸਨ, ਤੁਹਾਨੂੰ ਪਤਾ ਹੀ ਹੈ। ਉਹਨਾਂ ਦਾ ਵੀ ਸਾਰਾ ਕੱਚਾ ਚਿੱਠਾ ਲੋਕੀ ਖੋਲੀ ਫਿਰਦੇ ਨੇ, ਪੂਰਾ ਉਹਨਾਂ ਦਾ ਤਾਂ ਮੋਟਰਸਾਈਕਲ ਦਾ ਇੰਜਣ ਹੀ ਖੋਲ ਦਿੱਤਾ ਲੋਕਾਂ ਨੇ, ਮੋਬਾਈਲ ਵੀ ਬਾਹਰ ਕੱਢ ਲਿਆ, ਰਿੰਗ ਪਿਸਟਨ ਹਰ ਸ਼ੈ। ਤੇ ਜੈਂਟਰੀ ਬੀਚ ਸਾਹਿਬ ਦਾ ਤੇ ਕਾਫੀ ਐਨਾਲਿਸਿਸ ਕਰ ਲਿਆ। ਉਹਨਾਂ ਆਖਿਆ ਜੀ ਇਹਨਾਂ ਦੇ ਅੱਬਾ ਜੀ ਨੇ $8 ਲੱਖ ਦਾ ਕੋਈ ਬੈਂਕਰਪਸੀ ਦਾ ਫਰਾਡ ਤੇ ਫਲਾਨੀ ਤੇ ਟਮਕਾਨੀ ਤੇ ਉਹਨਾਂ ਦੇ ਖਿਲਾਫ ਫੈਸਲਾ ਹੋਇਆ ਸੀ, ਉਹ ਡੈਲਸ ਤੋਂ ਬਾਹਰ ਨਹੀਂ ਜਾ, ਮਤਲਬ ਕਿ ਅਬਾ ਤਬਾ ਪਤਾ ਨਹੀਂ ਕੀ ਕੁਛ ਨਿਕਲਿਆ ਉਹਨਾਂ ਦਾ। ਪਰ ਇਹ ਸਾਡੇ ਲੇਕਿਨ ਜਿਹੜੇ ਚੌਧਰੀ ਸਾਹਿਬ ਨੇ, ਨਿਜ਼ਾਮਦੀਨ ਸਾਹਿਬ, ਉਹ ਕਿੰਨੇ ਡੈਸਪਰੇਟ ਨੇ ਕਿ ਉਹਨਾਂ ਨੇ ਮਾਮਲਾਤ ਜਿਹੜੇ ਨੇ ਕਿੱਧਰ ਦੇ ਕਿੱਧਰ ਲੈ ਗਏ ਨੇ। ਹੁਣ ਉਹਨਾਂ ਨੂੰ ਕਿਸੇ ਨੇ ਦੱਸਿਆ ਨਹੀਂ, ਕਿਉਂਕਿ ਅੱਜ ਕੱਲ੍ਹ ਉਹ ਬਿਆਨੀਏ ਤੋਂ ਬੜੇ ਤੰਗ ਨੇ। ਉਹਨਾਂ ਦਾ ਹੁਣ ਦਿਲ ਇਹ ਕਰਨਾ ਹੈ ਵੀ ਜਿਵੇਂ ਅੱਗੇ ਥੋੜ੍ਹੇ ਜਿਹੇ 4 ਬੰਦੇ ਲੈ ਕੇ ਆਏ ਸਨ ਵੀ ਸੋਸ਼ਲ ਮੀਡੀਆ 'ਤੇ ਜ਼ਰਾ ਬਿਆਨੀਆਂ ਬਦਲੇ, ਕੋਈ ਡਿਫਰੈਂਟ ਬਿਆਨੀਆਂ ਸੋਸ਼ਲ ਮੀਡੀਆ 'ਤੇ। ਇਹ ਜਿਹੜੀ ਬੀਬੀ ਆਈ ਅਮਰੀਕਾ ਤੋਂ, ਵੈਸੇ ਕੋਈ DGISPR ਸਾਹਿਬ ਨੂੰ ਦੱਸੇ ਵੀ ਇਹਨੂੰ ਵੀ 4 ਦਿਨ ਫਰਾਓ ਸ਼ਹਿਰ ਦੇ ਵਿੱਚ, ਬਿਆਨੀਆਂ ਜ਼ਰਾ ਚੰਗਾ ਘੜਿਆ ਜਾਏਗਾ ਤੇ ਮਾਮਲਾ ਜਿਹੜਾ ਸੋਸ਼ਲ ਮੀਡੀਆ 'ਤੇ ਚੱਲੇਗਾ। ਸੋਸ਼ਲ ਮੀਡੀਆ ਉਂਝ ਤੇ ਤੁਹਾਡੇ ਕੰਟਰੋਲ 'ਚ ਨਹੀਂ ਆਉਣਾ, ਚਲੋ ਇੰਝ ਹੀ ਬਿਆਨੀਆਂ ਤੁਹਾਡਾ ਥੋੜ੍ਹਾ ਜਿਹਾ ਕੰਟਰੋਲ 'ਤੇ ਆ ਜਾਏਗਾ। ਅੱਛਾ ਜੀ, ਅਗਲੀ ਖਬਰ ਅਫਸੋਸਨਾਕ ਹੈ। ਉਹ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਮੁਲਤਾਨ ਤੋਂ। ਇਹ ਵਰਦੀ 'ਚ ਮਲਬੂਸ ਜਿਹੜਾ ਦਹਿਸ਼ਤਗਰਦ ਹੈ, ਇਹਨੂੰ ਵੇਖੋ। ਇੱਕ ਬਜ਼ੁਰਗ ਹੈ, ਉਹ ਜਾ ਰਿਹਾ ਤੇ ਨਾਲ ਅਸ਼ਰਾਫੀਆ ਜਾ ਰਹੀ ਹੈ ਕੋਈ, ਜਿਹਦਾ ਪ੍ਰੋਟੋਕੋਲ ਹੈ। ਲੱਗ ਰਿਹਾ ਹੈ ਕਿ ਇਹ ਵੀਡੀਓ ਉਸ ਦਿਨ ਦੀ ਹੈ ਜਿੱਦਣ ਮਰੀਮ ਨਵਾਜ਼ ਸਾਹਿਬਾ ਉੱਥੇ ਗਈਆਂ ਨੇ। ਇਹ ਕਨਫਰਮ ਨਹੀਂ ਹੈ, ਲੇਕਿਨ ਲੱਗ ਰਿਹਾ ਹੈ, ਔਰ ਸਾਨੂੰ ਕੋਈ ਸੂਤਰ ਦੱਸ ਰਹੇ ਨੇ ਕਿ ਸ਼ਾਇਦ ਉਸ ਦਿਨ ਦੀ ਵੀਡੀਓ ਹੈ ਜਿੱਦਣ ਮਰੀਮ ਨਵਾਜ਼ ਸਾਹਿਬਾ ਮੁਲਤਾਨ ਗਈਆਂ ਨੇ ਤੇ ਉਹਨਾਂ ਦਾ ਕਾਫਲਾ ਜਾ ਰਿਹਾ ਤੇ ਇਹ ਬਜ਼ੁਰਗ ਜਿਹੜਾ ਮੋਟਰਸਾਈਕਲ ਤੇ ਪਾਸੇ ਤੇ ਜਾ ਰਿਹਾ ਵਿਚਾਰਾ। ਜਿਸ ਵੇਲੇ ਪਾਸੇ ਤੇ ਜਾ ਰਿਹਾ ਮੋਟਰਸਾਈਕਲ ਤੇ ਪੁਲਿਸ ਵਾਲੇ ਨੇ ਉਹਦੇ ਨਾਲ ਕੀ ਕੀਤਾ, ਇਹ ਤੁਸੀਂ ਸਕਰੀਨ ਤੇ ਵੇਖ ਰਹੇ ਹੋ। ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਫਿਰ ਆਂਦੇ ਨੇ ਕਿ ਕਈ ਵਾਰੀ ਅਸੀਂ ਕੋਈ ਗੱਲ ਕਰੀਏ ਨਾ ਤੇ ਆਂਦੇ ਨੇ ਕਿ ਜੀ ਇਹ ਤੁਸੀਂ ਇਕੱਲੇ ਜਨਰਲ ਸਾਹਿਬ ਨੂੰ ਆਂਦੇ ਹੋ, ਇੱਥੇ ਪੂਰਾ ਆਵੇ ਦਾ ਆਵਾ ਹੀ ਵਿਗੜਿਆ। ਇਹ ਗੱਲ ਤੁਹਾਡੀ ਠੀਕ ਹੈ, ਪੂਰੇ ਦਾ ਪੂਰਾ ਆਵੇ ਦਾ ਆਵਾ ਹੀ ਵਿਗੜਿਆ। ਹੁਣ ਦੱਸੋ, ਇਹ ਸਿਪਾਹੀ ਨੂੰ ਕਿਸੇ ਨੇ ਇਹ ਕਿਹਾ ਤਾਂ ਨਹੀਂ ਸੀ ਨਾ ਵੀ ਇਹੋ ਜਿਹਾ ਜ਼ੁਲਮ ਕਰ। ਬਜ਼ੁਰਗ ਹੈ, ਚੱਲ ਤੂੰ ਅੱਗੇ ਖਲੋ ਕੇ ਮੋਟਰਸਾਈਕਲ ਡੱਕ ਦੇ, ਸਾਈਡ ਤੇ ਕਰ ਦੇ। ਪਹਿਲੀ ਗੱਲ ਤੇ ਐਡਾ ਕਿਹੜਾ ਕੰਮ ਹੋ ਗਿਆ ਜੇ ਮੋਟਰਸਾਈਕਲ ਤੇ ਤੁਰੇ ਵੀ ਜਾਣਗੇ? ਐਡੀ ਕਿਹੜੀ ਕੋਈ ਐਲੀਟਿਜ਼ਮ ਜਾਂ ਐਡੀ ਕੋਈ ਰਾਣੀ ਸਾਹਿਬਾ ਦੀ ਸ਼ਾਨ 'ਚ ਗੁਸਤਾਖੀ ਹੋ ਜਾਏਗੀ ਜੇ ਸੜਕ ਤੇ ਜਾ ਰਹੀ ਤੇ ਕੋਈ ਹੋਰ ਨਹੀਂ ਚੱਲ ਸਕਦਾ। ਲੇਕਿਨ ਬਹਰਹਾਲ ਅਗਰ ਤੁਸੀਂ ਇਹ ਮੁਲਕ ਸਿਰਫ ਇਹਨਾਂ ਵਾਸਤੇ ਬਣਾ ਲਿਆ ਤੇ ਇਹ ਹੀ ਇਸ ਮੁਲਕ ਦੇ ਮਾਲਕ ਨੇ ਤੇ ਗਰੀਬ ਆਦਮੀ ਦਾ ਇਸ ਮੁਲਕ ਦੇ ਵਿੱਚ ਕੋਈ ਲੈਣ ਦੇਣ ਨਹੀਂ, ਫਿਰ ਵੀ ਇੰਜ ਚਪੇੜਾ ਮਾਰਦੇ ਹੋ, ਇੰਜ ਜ਼ਲੀਲ ਕਰਦੇ ਹੋ ਬਾਰੇਸ਼ ਲੋਕਾਂ ਨੂੰ, ਇੰਜ ਉਹਨਾਂ ਦੇ ਨਾਲ ਧੱਕਾ ਕਰਦੇ ਹੋ। ਮੈਨੂੰ ਤੇ ਸ਼ਰਮ ਵੀ ਆਈ ਹੈ ਵੇਖ ਕੇ, ਤੇ ਦਿਲ ਵੀ ਕੰਬਿਆ ਹੈ ਤੇ ਰੂਹ ਵੀ ਕੰਬੀ ਹੈ ਕਿ ਇਹਨਾਂ ਨੂੰ ਕੋਈ ਰੱਬ ਤੋਂ ਵੀ ਡਰ ਨਹੀਂ ਲੱਗਦਾ। ਇਹਨਾਂ ਦੀਆਂ ਮਾਵਾਂ ਨੇ ਇਹਨਾਂ ਦੀ ਪਰਵਰਿਸ਼ ਕੀਤੀ ਹੋਏਗੀ, ਦੱਸਿਆ ਹੋਏਗਾ ਵੀ ਕਿਸੇ ਬਾਰੇਸ਼ ਬੰਦੇ ਦਾ ਇਤਰਾਮ ਕਰਨਾ। ਕਿਹੜੇ ਪਾਸੇ ਨਿਕਲ ਗਏ ਨੇ, ਕਿੱਥੋਂ ਤੱਕ ਨਿਕਲ ਗਏ ਨੇ। ਨਾ ਇਹਨਾਂ ਨੂੰ ਕੋਈ ਹਯਾ ਹੈ, ਨਾ ਇਹ ਸੋਚਦੇ ਨੇ। ਔਰ ਗੌਰ ਕਰੋ ਕਿ ਇਸ ਬਾਰਿਸ਼ ਆਦਮੀ ਦੇ ਨਾਲ ਇਹਨਾਂ ਨੇ ਕੀ ਕੀਤਾ ਹੈ। ਔਰ ਕਿਸੇ ਨੇ ਇਹਦਾ ਮੁੱਲ ਨਹੀਂ ਪਾਣਾ, ਕਿਸੇ ਨੇ ਇਸ ਇਨਸਲਟ ਦਾ ਮੁੱਲ ਨਹੀਂ ਪਾਣਾ, ਕਿਸੇ ਨੇ ਇਸ ਤਕਲੀਫ ਦਾ ਮੁੱਲ ਨਹੀਂ ਪਾਣਾ। ਮੇਰੀ ਬਹਰਹਾਲ ਸਮਝ ਤੋਂ ਬਾਹਰ ਹੈ ਕਿ ਇਹੋ ਜਿਹੀ ਬਗੈਰਤੀ ਜਿਹੜੀ ਉਹ ਸਾਡੇ ਮਾਸ਼ਰੇ 'ਚ ਕਿਵੇਂ ਸਰਾਇਤ ਕਰ ਗਈ। ਅਗਲੀ ਖਬਰ ਬਦੀਨ ਤੋਂ ਤੁਹਾਡੇ ਸਾਹਮਣੇ ਰੱਖਨੇ, ਉੱਥੋਂ ਵੀ ਬੜੀ ਇੱਕ ਖੌਫਨਾਕ ਖਬਰ ਹੈ। 31 ਸਾਲਾ ਸੰਗੀਤਾ, ਹਾਂਜੀ 31 ਸਾਲਾ ਸੰਗੀਤਾ ਦੇ ਵਾਲਿਦ ਵਾਸ਼ਰਾਮ ਕੋਹਲੀ ਜਿਹੜੇ ਨੇ, ਉਹਨਾਂ ਨੇ ਹੁਣ ਪੁਲਿਸ 'ਚ ਮੁਕੱਦਮਾ ਦਰਜ ਕਰਵਾਇਆ। ਉਹ ਆਪਣੇ ਹੱਥੀਂ ਆਪਣੀ ਧੀ ਨੂੰ ਔਰ ਆਪਣੇ ਮੇਰੇ ਖਿਆਲ ਦਮਾਦ ਦੇ ਨਾਲ ਲੈ ਕੇ ਗਏ ਨੇ ਕਿਸੇ ਆਮਲ ਦੇ ਕੋਲ, ਔਰ ਉਹਨਾਂ ਨੂੰ ਜਾ ਕੇ ਆਖਿਆ ਹੈ ਕਿ ਜੀ ਇਹਦੇ ਜਿੰਨ ਕੱਢ ਦਿਓ। ਉਹਨਾਂ ਨੇ ਉੱਤੇ ਤਸ਼ੱਦਦ ਸ਼ੁਰੂ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ ਉਹਨੂੰ। ਜਿਸ ਵੇਲੇ ਬੱਚੀ ਚੀਖੀ ਹੈ, ਉਹਨੂੰ ਬਹੁਤਾ ਮਾਰਿਆ ਤੇ ਉਹ ਬੱਚੀ ਚੀਖੀ ਹੈ ਤੇ ਪਿਓ ਲਾਗੇ ਹੋਣ ਲੱਗਾ। ਉਹਨੇ ਕਿਹਾ ਖਬਰਦਾਰ ਹੱਥ ਨਾ ਲਾਉਣਾ, ਜਿੰਨ ਤੁਹਾਨੂੰ ਚਿਮੜ ਜਾਣਗੇ। ਪਿਓ ਫਿਰ ਪਿੱਛੇ ਹੋ ਕੇ ਖਲੋ ਗਿਆ ਤੇ ਉਹਨੇ ਮਾਰ ਕੇ ਬੱਚੀ ਕਤਲ ਕਰ ਦਿੱਤੀ। ਮਤਲਬ 31 ਸਾਲਾ ਸੰਗੀਤਾ ਜਿਹੜੀ ਉਹਦੇ ਤੇ ਇੰਨਾ ਕੁ ਜ਼ੁਲਮ ਕੀਤਾ, ਇੰਨਾ ਉਹਨੂੰ ਮਾਰਿਆ ਕਿ ਉਹਦੇ ਅੰਦਰ ਜਿੰਨ ਨੇ ਕਿ ਉਹ ਵਿਚਾਰੀ ਜਾਂਬਾਕ ਹੋ ਗਈ, ਉਹ ਖਤਮ ਹੋ ਗਈ। ਹੁਣ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਜਹਾਲਤ ਕਿਉਂ ਨਹੀਂ ਮੁੱਕਦੀ ਲੋਕਾਂ ਦੀ। ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਇਹ ਜਿਹੜੇ ਬੰਦੇ ਆਪਣੀ ਹਾਲਤ ਨਹੀਂ ਬਦਲ ਸਕਦੇ। ਇਹ ਜਿਵੇਂ ਸਿਤਾਰਿਆਂ ਦੇ ਹਾਲ ਦੱਸਣ ਵਾਲੀਆਂ ਜਿਹੜੀਆਂ ਬੀਬੀਆਂ ਤੇ ਭੈਣਾਂ ਤੇ ਬੰਦੇ ਨੇ, ਉਹ ਇੱਕ ਸਾਹਿਬ ਪਿਛਲੇ ਦਿਨੋਂ ਸਿਤਾਰਿਆਂ ਦਾ ਹਾਲ ਦੱਸਦੇ ਸਨ ਤੇ ਉਹ ਉਹਨਾਂ ਦਾ ਜਦੋਂ ਆਪਣਾ ਰਿਕਾਰਡ ਕੱਢਿਆ, ਉਹਨਾਂ ਇਲੈਕਸ਼ਨ ਲੜਿਆ ਤੇ ਪਤਾ ਨਹੀਂ 7 ਵੋਟ ਪਏ ਸਨ ਉਹਨਾਂ ਨੂੰ। ਤੇ ਦੂਸਰਿਆਂ ਦੀ ਤਲਾਕ ਤੇ ਸ਼ਾਦੀ ਦੇ ਜਿਹੜੇ ਦੱਸਦੇ ਨੇ, ਉਹਨਾਂ ਦੀ ਆਪਣੀ ਸ਼ਾਦੀ ਹੁੰਦੀ ਤੇ ਅਗਲੇ ਦਿਨ ਉਹਨਾਂ ਦੀ ਸ਼ਾਦੀ ਮੁੱਕ ਜਾਂਦੀ। ਕੋਈ ਐਬ ਨਹੀਂ ਹੈ, ਲੇਕਿਨ ਜਿਹਨਾਂ ਨੂੰ, ਮੇਰਾ ਮਤਲਬ ਹੈ ਆਪਣੇ ਸਿਤਾਰਿਆਂ ਦਾ ਨਹੀਂ ਪਤਾ, ਉਹਨਾਂ ਦੂਸਰਿਆਂ ਦੇ ਕੀ ਦੱਸਣੇ ਨੇ। ਤੇ ਇਹ ਇਸ ਤਰੀਕੇ ਨਾਲ ਜਿੰਨ ਕਢਾਉਂਦੇ ਨੇ। ਇਹ ਜਿੰਨ ਤੁਹਾਡੀ ਅਕਲ ਨੂੰ ਪਏ ਨੇ, ਜਿੰਨ ਕੋਈ ਨਹੀਂ ਪਏ। ਮਤਲਬ ਇਨਸਾਨੀ ਜਿਸਮ ਤੇ ਇਸ ਤਰ੍ਹਾਂ ਤਸ਼ੱਦਦ ਕਰਨਾ ਔਰ ਉਹਨੂੰ ਜਿਹੜਾ ਉਸ ਤੋਂ ਬਾਅਦ ਕਤਲ ਹੀ ਕਰ ਦੇਣਾ, ਇੰਨਾ ਮਾਰਨਾ। ਔਰ ਇਹ ਆਏ ਦਿਨ ਹੁੰਦਾ ਹੈ, ਕੋਈ ਅਕਲੋਤੀ ਗੱਲ ਨਹੀਂ ਹੈ। ਫਿਰ ਅਸੀਂ ਆਨੇ ਅਸੀਂ ਨੰਬਰ 1 ਕੌਮ ਹੈ। ਵਾਕਈ ਬੇਵਕੂਫੀ ਦੇ ਵਿੱਚ ਸਾਡੇ ਨਾਲ ਦੀ ਕੌਮ ਕੋਈ ਨਹੀਂ। ਅਸੀਂ ਬੇਵਕੂਫੀ ਔਰ ਜਹਾਲਤ 'ਚ ਨੰਬਰ 1 ਕੌਮ ਹੈ। ਮੇਰਾ ਮਤਲਬ ਕਿਹੜਾ ਜਿੰਨ ਹੈ ਜਿਹਨੂੰ ਤੁਸੀਂ ਮਾਰ ਕੇ ਮਾਰ ਦੇ ਤਸ਼ੱਦਦ ਦੇ ਉਹਦੇ ਜਿਸਮ ਤੇ ਕਰਨ ਡਏ ਹੋ? ਮੇਰੀ ਸਮਝ ਤੋਂ ਬਾਹਰ ਹੈ। ਇਸ ਜਹਾਲਤ ਨੂੰ ਮੈਂ ਕਿਵੇਂ ਸਮਝਾਵਾਂ ਤੁਹਾਨੂੰ। ਬਹਰਹਾਲ ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੀ ਰੱਖਣੀ ਹੈ ਕਿ ਜਿਹੜੇ ਖਬਰ ਇਹਨਾਂ ਛੱਡੀ ਹੈ ਕਿ ਜਿਹੜੇ ਜੈਂਟਰੀ
ਬੀਚ ਸਾਹਿਬ ਨੇ, ਉਹ ਆਉਂਦੇ ਨੇ ਵੀ 30 ਮੰਜ਼ਲਾ ਇਮਾਰਤਾਂ ਜਿਹੜੀਆਂ ਅਸੀਂ 1 ਮਹੀਨੇ 'ਚ ਤਿਆਰ ਕਰਾਂਗੇ। ਤੇ ਇਹ ਹੁਣ ਸਾਨੂੰ ਸਮਝ ਨਹੀਂ ਆਉਂਦੀ ਵੀ ਐਡੀ ਕਾਹਲ ਕਿਹੜੀ ਹੈ। ਸਾਡੇ ਕੋਲ ਤੇ ਟਾਈਮ ਹੀ ਟਾਈਮ ਹੈ ਵੀਰ ਮੇਰਿਆ। ਅਸੀਂ ਕਿਹੜਾ ਇੱਥੇ ਫੀਫਾ ਦਾ ਵਰਲਡ ਕੱਪ ਕਰਾਉਣਾ ਵੀ ਜਿਹੜਾ ਅਗਲੇ ਸਾਲ ਹੋਣਾ ਤੇ ਇੱਥੇ ਇਮਾਰਤਾਂ ਨਹੀਂ ਬਣ ਰਹੀਆਂ। ਸਾਡੇ ਕੋਲ ਮਜ਼ਦੂਰ ਵਿਹਲੇ, 5ਵੀਂ ਵੱਡੀ ਆਬਾਦੀ ਹੈ ਸਾਡੀ, ਮਜ਼ਦੂਰੀ ਲੋਕਾਂ ਨੂੰ ਲੱਭਣ ਨਹੀਂ ਰਹੀ ਵੀ ਤੂੰ ਮਹੀਨੇ 'ਚ ਇਮਾਰਤਾਂ ਬਣਾ ਕੇ ਕੀ ਕਰਨੀਆਂ ਨੇ। ਮੈਨੂੰ ਇਹ ਗੱਲ ਦੱਸ ਵੀ ਜੇ ਤੂੰ ਮਹੀਨੇ 'ਚ ਇਮਾਰਤਾਂ ਸਾਰੀਆਂ ਬਣਾਤੀਆਂ ਜੈਂਟਰੀ ਬੀਚ ਸਾਹਿਬ, ਤੇ ਸਾਡੇ ਕੋਲ ਇੱਥੇ ਟਾਈਮ ਦੀ ਕਮੀ ਹੈ, ਪਹਿਲੇ ਇਹ ਦੱਸ, ਮਜ਼ਦੂਰਾਂ ਦੀ ਕਮੀ ਹੈ, ਸਾਨੂੰ ਐਡੀ ਕਾਹਲ ਕਾਹਦੀ ਹੈ, ਜਾਂ ਅੱਗੋਂ ਸਾਨੂੰ ਉਹਨਾਂ ਇਮਾਰਤਾਂ ਦੀ ਐਡੀ ਛੇਤੀ ਲੋੜ ਕਾਹਦੀ ਹੈ। ਲੇਕਿਨ ਸਿਰਫ ਕਿਉਂਕਿ ਨਾ ਆਵਾਮ ਨੂੰ ਬੇਵਕੂਫ ਬਣਾਉਣਾ, ਕਿਸੇ ਇਮਾਰਤਾਂ ਨਹੀਂ ਬਣਾਉਣੀਆਂ। ਸਾਨੂੰ ਤੇ ਅਗਰ ਇਨਵੈਸਟਮੈਂਟ ਚਾਹੀਦੀ ਹੈ ਤਾਂ ਉਹ ਮਾਈਨਿੰਗ 'ਚ ਚਾਹੀਦੀ ਹੈ, ਉਹ ਐਕਸਪੋਰਟ ਦੇ ਕਿਸੇ ਮਾਮਲੇ 'ਚ ਚਾਹੀਦੀ ਹੈ, ਕਿ ਉਹ ਹਿਊਮਨ ਡਿਵੈਲਪਮੈਂਟ 'ਤੇ ਚਾਹੀਦੀ ਹੈ, ਉਹ ਐਜੂਕੇਸ਼ਨ 'ਚ ਚਾਹੀਦੀ ਹੈ, ਹੈਲਥ 'ਚ ਚਾਹੀਦੀ ਹੈ। ਸਾਨੂੰ ਵਿਲੇ ਬਣਾਉਣ ਦੀ ਉਹ ਤਾਂ ਸਾਡੇ ਆਪਣੇ ਲੋਕ ਹੀ ਬਣਾ ਲੈਂਦੇ ਨੇ ਸਾਰੇ ਵਿਲੇ, ਕਿ ਉੱਥੇ ਬਣਾਉਣ ਨਹੀਂ ਰਹੇ, ਮਜ਼ਦੂਰ ਵੀ ਹੈ ਨੇ, ਸਾਰਾ ਕੁਝ ਸਾਡੇ ਕੋਲ ਆਪ ਹੈਗਾ। ਉਹਦੇ ਹੀ ਸਾਨੂੰ ਤੁਹਾਡੀ ਬਾਹਰ ਦੀ ਟੈਕਨੋਲੋਜੀ ਅਸੀਂ ਕੀ ਕਰਨੀ ਹੈ ਲੈ ਕੇ। ਮਤਲਬ ਆਵਾਮ ਨੂੰ ਸਾਰੇ ਹੀ ਬੇਵਕੂਫ ਬਣਾ ਰਹੇ ਨੇ, ਔਰ ਇੰਨਾ ਕੁ ਬਣਾ ਰਹੇ ਨੇ ਕਿ ਇਹਨਾਂ ਨੂੰ ਪਰਵਾਹ ਕੋਈ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਕਾਸ਼ਫ ਵਾਸੀ ਸਾਹਿਬ ਦਾ ਬਿਆਨ। ਉਹਨਾਂ ਕਿਹਾ ਜੀ ਨੂਨ ਲੀਗ ਦੀ ਜਦੋਂ ਦੀ ਹਕੂਮਤ ਆਈ ਹੈ ਇਹਨਾਂ ਅਦਾਰਿਆਂ ਨੂੰ ਫਤਹ ਕਰਨਾ ਸ਼ੁਰੂ ਕੀਤਾ ਹੈ। ਪਹਿਲਾਂ ਇਹਨਾਂ ਨੇ ਪਾਰਲੀਮੈਂਟ ਨੂੰ ਫਤਹ ਕੀਤਾ, ਫਿਰ ਇਹਨਾਂ ਨੇ 26ਵੀਂ ਤਰਮੀਮ ਲਿਆ ਕੇ ਸੁਪਰੀਮ ਕੋਰਟ ਨੂੰ ਫਤਹ ਕੀਤਾ, ਤੇ ਹੁਣ ਪੀਕਾ ਐਕਟ ਦੇ ਤਹਿਤ ਇਹ ਸਾਨੂੰ ਮੀਡੀਆ ਨੂੰ ਫਤਹ ਕਰ ਰਹੇ ਨੇ। ਤੇ ਇਹਨਾਂ ਨੇ ਹੋਰ ਕੋਈ ਕੰਮ ਜਿਹੜਾ ਉਹ ਛੱਡਣਾ ਕੋਈ ਨਹੀਂ। ਗੱਲ ਤੇ ਠੀਕ ਹੈ, ਲੇਕਿਨ ਮੀਡੀਆ ਨੂੰ ਪਹਿਲਾਂ ਬੋਲਣਾ ਚਾਹੀਦਾ ਸੀ ਤੇ ਤਵਾਨਾ ਆਵਾਜ਼ ਨਾਲ ਬੋਲਣਾ ਚਾਹੀਦਾ ਸੀ। ਅੱਜ ਵੀ ਜਦੋਂ ਪੀਕਾ ਅਕਾਊਂਟ ਬਣ ਗਿਆ ਤੇ ਮੀਡੀਆ ਜਿਹੜਾ ਉਹ ਕੋਈ ਨਹੀਂ ਜੇ ਬੋਲਿਆ, ਤੇ ਹਜੇ ਵੀ ਉਹਨੇ ਝਪੀਟ ਹੀ ਵੱਟੀ ਹੈ। ਬਾ ਐਵੇਂ ਹੀ ਆਪਣੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਵਿੱਚ ਇੱਧਰ ਉੱਧਰ ਦੀ ਫੂੰਫਾਂ ਕਰਕੇ ਕੋਈ ਬਿਆਨ ਬਿਊਨ ਦੇ ਕੇ ਤੇ ਫਾਰਗ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੈਟਾ ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ, ਉਹਨਾਂ ਨੇ 2021 'ਚ ਟਰੰਪ ਦਾ ਅਕਾਊਂਟ ਬੰਦ ਕਰ ਦਿੱਤਾ ਸੀ। ਇਲਜ਼ਾਮ ਇਹ ਲਾਇਆ ਸੀ ਕਿ ਟਰੰਪ ਜਿਹੜੀ ਜਿੱਦੋਜਹਿਦ ਕਰ ਰਿਹਾ ਸੀ ਕਿ ਮੇਰੇ ਨਾਲ ਇਲੈਕਸ਼ਨ 'ਚ ਧਾਂਦਲੀ ਹੋਈ ਹੈ, ਮੈਂ ਇਲੈਕਸ਼ਨ ਹਾਰ ਗਿਆ ਧਾਂਦਲੀ ਦੇ ਨਾਲ। ਉਹ ਜਿਹੜੇ ਇਲਜ਼ਾਮਾਤ ਟਰੰਪ ਲਾਉਂਦਾ ਉਹ ਝੂਠ ਨੇ, ਤੇ ਇਸ ਵਜ੍ਹਾ ਤੋਂ ਟਵਿੱਟਰ ਤੇ ਵੀ ਉਹਦਾ ਅਕਾਊਂਟ ਬੰਦ ਕਰ ਦਿੱਤਾ ਸੀ ਤੇ ਮੈਟਾ ਤੇ ਵੀ। ਟਵਿੱਟਰ ਵਾਲੇ ਨਾਲ ਤੇ ਹੁਣ ਟਰੰਪ ਦੀ ਹੋ ਗਈ ਆੜੀ, ਤੇ ਜਿਹੜਾ ਮੈਟਾ ਵਾਲਾ ਹੈ ਉਹਦੇ ਤੇ ਟਰੰਪ ਨੇ ਕਰ ਦਿੱਤਾ ਸੀ ਕੇਸ। ਉਹ ਹੁਣ ਕੇਸ ਮੈਟਾ ਵਾਲਿਆਂ ਨੇ ਆਊਟ ਆਫ ਕੋਰਟ ਸੈਟਲ ਕੀਤਾ। ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਟਰੰਪ ਨੂੰ $25 ਮਿਲੀਅਨ ਦੇਣਗੇ ਔਰ ਇਸ ਕੇਸ ਨੂੰ ਆਊਟ ਆਫ ਕੋਰਟ ਸੈਟਲ ਕਰਨਗੇ, ਔਰ ਮਾਫੀ ਵੀ ਮੰਗਣਗੇ ਵੀ ਉਹਦਾ ਅਕਾਊਂਟ ਕਿਉਂ ਬਲੌਕ ਕੀਤਾ ਸੀ। ਜਿਹੜਾ ਫੇਸਬੁੱਕ ਦਾ ਮਾਲਕ ਹੈ ਉਹਨਾਂ ਦੀ ਅਕਲ ਵੈਸੇ ਹੀ ਟਿਕਾਣੇ ਆ ਗਈ ਹੈ। ਟਰੰਪ ਦੇ ਜਿੱਤਣ ਤੋਂ ਬਾਅਦ ਉਹਨਾਂ ਆਪ ਹੀ ਐਲਾਨ ਕਰਤਾ ਸੀ ਵੀ ਅਸੀਂ ਬੰਦੇ ਦੇ ਪੁੱਤਰ ਬਣ ਜਾਵਾਂਗੇ। ਜਿਹੜਾ ਅਸੀਂ ਹੁਣ ਸਿਆਸੀ ਲੋਕਾਂ ਦੀ ਬਿਆਨਬਾਜ਼ੀ ਨੂੰ ਡੱਕਦੇ ਸਾਂ ਉਹਨੂੰ ਅਸੀਂ ਹੁਣ ਮਜ਼ੀਦ ਨਹੀਂ ਡੱਕਾਂਗੇ। ਬਹਰਹਾਲ ਇਹ ਜਿਹੜੀ ਸੂਰਤ ਹਾਲ ਹੈ ਟਰੰਪ ਵਾਲੀ, ਔਰ ਉਹਦੇ ਵਿੱਚੋਂ ਹੁਣ ਇਹ ਪਤਾ ਲੱਗਾ ਕਿ ਲਾਇਬ੍ਰੇਰੀ ਇੱਕ ਟਰੰਪ ਸਾਹਿਬ ਬਣਾਉਣਾ ਚਾਹ ਰਹੇ ਨੇ। ਇਹ 25 ਮਿਲੀਅਨ ਚੋਂ $22 ਮਿਲੀਅਨ ਟਰੰਪ ਜਿਹੜਾ ਉਸ ਲਾਇਬ੍ਰੇਰੀ ਨੂੰ ਦੇਗਾ, ਔਰ $3 ਮਿਲੀਅਨ ਜ਼ਾਹਿਰ ਹੈ ਉਹ ਵਕੀਲਾਂ ਦੀ ਫੀਸ ਇੱਥੇ ਬੜੀ ਹੁੰਦੀ ਹੈ, ਉਹਨਾਂ ਤੇ ਖਰਚ ਹੋ ਗਿਆ ਹੋਣਾ ਦੂਜੇ ਮਾਮਲਾਤ ਤੇ 25 ਚੋਂ 22 ਮਿਲੀਅਨ ਸਦਰ ਟਰੰਪ ਦੀ ਜਿਹੜੀ ਲਾਇਬ੍ਰੇਰੀ ਬਣਨੀ ਹੈ, ਜਿਹੜੀ ਪਬਲਿਕ ਲਾਇਬ੍ਰੇਰੀ ਬਣੇਗੀ ਆਵਾਮ ਦੇ ਇਸਤੇਮਾਲ ਵਾਸਤੇ, ਉਹਦੇ ਵੱਲ ਇਹ ਪੈਸੇ ਚਲੇ ਜਾਣਗੇ। ਬਹਰਹਾਲ ਉਹਨਾਂ ਚੰਗਾ ਰਗੜਾ ਮੈਂ ਹੀ ਆਖਾਂਗਾ ਵੀ ਫੇਰਿਆ ਉਹਨਾਂ ਨੇ ਜਿਹੜੇ ਸਦਰ ਟਰੰਪ ਨੇ ਉਹਨਾਂ ਨੂੰ। ਅੱਛਾ ਜੀ, ਅਸੀਂ ਕੋਈ 1.5 ਮਹੀਨਾ ਪਹਿਲਾਂ ਖਬਰ ਦਿੱਤੀ ਸੀ ਕਿ ਜਸਟਿਸ ਸਰਫਰਾਜ਼ ਡੋਗਰ ਨੂੰ ਲਾਹੌਰ ਤੋਂ ਲਿਆ ਕੇ ਇਸਲਾਮਾਬਾਦ ਹਾਈ ਕੋਰਟ ਦਾ ਚੀਫ ਜਸਟਿਸ ਬਣਾਇਆ ਜਾ ਰਿਹਾ। ਇਹ ਕੋਈ 1.5 ਮਹੀਨਾ ਪਹਿਲਾਂ ਮੇਰਾ ਖਿਆਲ ਅਸੀਂ ਖਬਰ ਦਿੱਤੀ ਸੀ, ਮਹੀਨਾ 1.5 ਮਹੀਨਾ ਪਹਿਲੇ ਐਗਜ਼ੈਕਟ ਮੈਨੂੰ ਯਾਦ ਨਹੀਂ, ਤੁਹਾਨੂੰ ਯਾਦ ਹੋਏਗਾ, ਤੁਸੀਂ ਸੁਣੀ ਹੋਏਗੀ ਸਾਡੇ ਵੀਲਾਗਾਂ 'ਚ। ਉਹ ਹੁਣ ਖਬਰ ਸੱਚ ਹੋ ਰਹੀ ਹੈ। ਹੁਣ ਆਵਾਮ ਔਰ ਵਕਲਾ ਔਰ ਸਾਰੇ ਲੋਕ ਉਹਦੇ ਤੇ ਗੱਲ ਕਰ ਰਹੇ ਨੇ। ਹੁਣ ਖਬਰ ਤੋੜ ਚੜ੍ਹ ਗਈ ਹੈ। ਹੁਣ ਵੇਖਦੇ ਉਹਨਾਂ ਨੂੰ ਬਣਾ ਪਾਉਂਦੇ ਨੇ ਕਿ ਨਹੀਂ, ਕਿਉਂਕਿ ਇਸਲਾਮਾਬਾਦ ਹਾਈ ਕੋਰਟ ਬਾਰ ਦੇ ਵਕੀਲਾਂ ਨੇ ਐਲਾਨ ਕੀਤਾ ਕਿ ਜੇ ਬਾਹਰ ਵਾਲੀ ਹਾਈ ਕੋਰਟ ਤੋਂ ਲਿਆ ਕੇ ਤੇ ਚੀਫ ਜਸਟਿਸ ਬਣਾਇਆ ਤਾਂ ਅਸੀਂ ਧਮਾਲ ਪਾਵਾਂਗੇ। ਕੋਈ ਨਹੀਂ ਇਹਨਾਂ ਧਮਾਲ ਪਾਉਣੀ, ਮੈਂ ਤੁਹਾਨੂੰ ਦੱਸ ਦਿਆਂ, ਬਿਆਨ ਵੀ ਉਹਨੀ ਨੇ। ਮੇਰਾ ਮਤਲਬ ਅਗਰ ਅਸੀਂ ਧਮਾਲ ਪਾਉਣੀ ਹੁੰਦੀ ਤਾਂ ਜੋ ਕੁਝ ਹੋ ਗਿਆ ਅਸੀਂ ਪਾ ਨਾ ਦਿੰਦੇ ਹੁਣ ਤੱਕ। ਇਹ ਨਾ 9 ਮਣ ਤੇਲ ਹੋਣਾ, ਨਾ ਰਾਧਾ ਨੱਚਣੀ ਹੈ। ਇਹ ਧਮਾਲ ਧਮੂਲ ਬਸ ਸਾਡੀ ਜਿਹੜੀ ਯਾਰ ਸੱਜਣ ਮੇਰੇ ਗੁੱਸਾ ਨਾ ਕਰ ਲੈਣ, ਭਰਾ ਨੇ ਮੇਰੇ ਸਾਰੇ, ਬਹਰਹਾਲ ਇਹਨਾਂ ਨੇ ਕਿਸੇ ਸ਼ਾਇਦ ਧਮਾਲ ਨਹੀਂ ਪਾਈ। ਤੇ ਇਹਦੇ ਤੇ ਇਹਨਾਂ ਨੇ ਕੀ ਧਮਾਲ ਪਾਉਣੀ ਵੀਰ ਮੇਰੇ? 26ਵੀਂ ਆਈਨੀ ਤਰਮੀਮ 'ਚ ਉਹਨਾਂ ਸੁਪਰੀਮ ਕੋਰਟ ਹੀ ਲੁੱਟ ਲਈ, ਉਹਨਾਂ ਜਿਹੜੀ ਹੈ ਉਜ਼ਮਾ ਲੁੱਟ ਲਈ, ਤੇ ਆਲੀਆ ਦਾ ਤੇ ਹੁਣ ਕੰਮ ਹੀ ਕੋਈ ਨਹੀਂ ਰਹਿ ਗਿਆ। ਅਦਾਲਤ ਉਜ਼ਮਾ ਹੁੰਦੀ ਹੈ ਨਾ ਸੁਪਰੀਮ ਕੋਰਟ, ਤੇ ਅਦਾਲਤ ਆਲੀਆ ਹਾਈ ਕੋਰਟ। ਜਦੋਂ ਉਜ਼ਮਾ ਲੁੱਟੀ ਗਈ ਉਦੋਂ ਤੁਸੀਂ ਨਾ ਉੱਠੇ ਮੇਰਾ ਵੀਰ, ਤੇ ਆਲੀਆ ਦੇ ਲੁੱਟਣ ਤੇ ਤੁਸੀਂ ਕਿੱਥੋਂ ਬੋਲਣਾ? ਤੇ ਇਸ ਵਾਸਤੇ ਐਵੇਂ ਮੇਰਾ ਮਤਲਬ ਆਪਣੇ ਮੂੰਹ ਦਾ ਵੀ ਸਵਾਦ ਜਿਹੜਾ ਖਰਾਬ ਨਾ ਕਰੋ, ਤੇ ਉਹਨਾਂ ਦਾ ਵੀ ਖਰਾਬ ਨਾ ਕਰੋ। ਚੁੱਪ ਕਰਕੇ ਇਸੇ ਤਨਖਾਹ ਤੇ ਕੰਮ ਕਰੋ। ਉਹਨਾਂ ਜੋ ਕਰਨਾ ਹੈ ਉਹ ਕਰਨਾ ਹੈ, ਇਹ ਤੁਹਾਡੇ ਕੋਲੋਂ ਕੰਮ ਜਿਹੜਾ ਹੈ ਜੀ ਉਹ ਨਹੀਂ ਰੁਕਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸੁਪਰੀਮ ਕੋਰਟ ਆਫ ਪਾਕਿਸਤਾਨ ਤੋਂ ਹੈ, ਜਿੱਥੋਂ ਜਸਟਿਸ ਮੁਸਰਤ ਹਲਾਲੀ ਸਾਹਿਬਾ ਨੇ ਪੁੱਛਿਆ ਹੈ ਕਿ ਜਦੋਂ ਕੋਈ ਫੌਜੀ ਆਮ ਜੁਰਮ ਕਰਦਾ ਹੈ ਤੇ ਉਹਨੂੰ ਤੇ ਬਰਾਬਰੀ ਦੇ ਹਕੂਕ ਮਿਲਦੇ ਨੇ ਸਿਵਲੀਅਨ ਕੋਰਟਸ ਦੇ ਵਿੱਚ, ਤੇ ਅਗਰ ਕੋਈ ਸਿਵਲੀਅਨ ਕਰਦਾ ਹੈ ਤੇ ਉਹਨੂੰ ਕਿਉਂ ਫੌਜੀ ਅਦਾਲਤ 'ਚ ਲੈ ਕੇ ਜਾਂਦੇ? ਉਹਨੂੰ ਵੀ ਸਿਵਲੀਅਨ ਅਦਾਲਤ 'ਚ ਲੈ ਜਾਓ। ਉਹਦੇ ਲਈ ਐਡਾ ਖਾਸ ਕਾਨੂੰਨ ਕਿਉਂ ਹੈ? ਬਹਰਹਾਲ ਫੌਜੀ ਅਦਾਲਤਾਂ ਦੇ ਕੇਸ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਜਿਹਨੂੰ ਬੰਦੇ ਨੂੰ ਸਜ਼ਾ ਦਿੱਤੀ ਔਰ ਉਹ 'ਚ ਲਿਖਿਆ ਵੀ ਚਸ਼ਮਦੀਦ ਗਵਾਹ ਦੀ ਗਵਾਹੀ ਦੇ ਉੱਤੇ ਸਜ਼ਾ ਦਿੱਤੀ, ਬਾਅਦ ਚਸ਼ਮਦੀਦ ਗਵਾਹ ਮੁੱਕਰ ਗਿਆ ਕਿ ਮੈਂ ਚਸ਼ਮਦੀਦ ਗਵਾਹ ਹੀ ਨਹੀਂ ਹੈਗਾ। ਮਤਲਬ ਕਿ ਇਹ ਜਿਹੜੇ ਮੁਕੱਦਮੇ ਚਲਾਏ ਨੇ ਇਹ ਐਵੇਂ ਹੀ ਚਲਾਏ ਨੇ। ਤੇ ਖੈਰ
ਅੱਜ ਮੈਂ ਜਿਹੜਾ ਉਹ ਤੁਹਾਡੇ ਸਾਹਮਣੇ ਇੱਕ ਹੋਰ ਗੱਲ ਵੀ ਰੱਖਣੀ ਹੈ, ਔਰ ਉਹ ਇਹ ਰੱਖਣੀ ਹੈ ਕਿ ਅੱਜ ਮੈਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਇਹ ਆਖਰੀ ਵੀਲੌਗ ਇੱਥੋਂ ਤੁਸੀਂ ਸੁਣ ਰਹੇ ਹੋ, ਇਸ ਤੋਂ ਬਾਅਦ ਮੈਂ ਯੂਰਪ ਦਾ ਟੂਰ ਕਰਾਂਗਾ, ਇਟਲੀ ਜਾਣਾ ਹੈ, ਔਰ ਉਹਦੇ ਨਾਲ ਫਿਰ ਨੀਦਰਲੈਂਡ ਜਾਣਾ ਹੈ, ਹਾਲੈਂਡ। ਉੱਥੇ ਕੋਈ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨਾਲ ਮਿਲਣਾ, ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਨਾਲ ਮਿਲਣਾ, ਕੁਝ ਮੁਜ਼ਾਹਰੇ ਨੇ ਉਹ ਕਰਨੇ ਨੇ, ਔਰ ਮਕਸਦ ਇੱਕ ਹੀ ਹੈ ਕਿ ਇਮਰਾਨ ਖਾਨ ਦੀ ਆਵਾਜ਼ ਨੂੰ ਔਰ ਉਹਨਾਂ ਦੇ ਪੈਗਾਮ ਨੂੰ ਗਾਂਹ ਤੋਂ ਗਾਂਹ ਪਹੁੰਚਾਇਆ ਜਾਏ। ਅਤੇ ਤੁਹਾਡੀਆਂ ਖਸੂਸੀ ਦੁਆਵਾਂ ਚਾਹੀਦੀਆਂ ਨੇ। ਸਫ਼ਰ ਕਰਨਾ ਪੈਂਦਾ ਬੜਾ ਲੰਮਾ ਔਰ ਮੁਸ਼ਕਿਲ ਪੇਸ਼ ਆਉਂਦੀ ਸਫ਼ਰ ਦੇ ਵਿੱਚ, ਲੇਕਿਨ ਜ਼ਾਹਿਰ ਹੈ ਇਹ ਵੀਲੌਗ ਵੀ ਕਰਨੇ ਹੁੰਦੇ ਨੇ, ਤੁਹਾਡੇ ਨਾਲ ਇੱਕ ਕਮਿਟਮੈਂਟ ਹੈ। ਅਤੇ ਵੈਸੇ ਹੀ ਮੇਰੀ 5-6 ਘੰਟੇ ਨੀਂਦ ਮੈਨੂੰ ਸਿਰਫ ਮਿਲਦੀ ਹੈ ਜਿੰਨਾ ਕੰਮ ਹੈ, ਲੇਕਿਨ ਪਾਰਟੀ ਦਾ ਕੰਮ ਵੀ ਹੁੰਦਾ, ਹੋਰ ਵੀ ਜ਼ਿੰਦਗੀ ਦੇ ਸਾਰੇ ਲਾਂਝੇ ਨੇ, ਅਤੇ 5-6 ਘੰਟੇ ਵੈਸੇ ਹੀ ਨੀਂਦ ਰਹਿ ਗਈ ਹੈ। ਅਤੇ ਲੇਕਿਨ ਜਦੋਂ ਸਫ਼ਰ ਕਰਦਾ ਤਾਂ ਹੋਰ ਸਕੁਈਜ਼ ਹੋ ਜਾਂਦੀ ਹੈ। ਅਤੇ ਤੁਹਾਡੀ ਖੈਰ ਦੁਆ ਚਾਹੀਦੀ ਹੈ, ਜਿੰਨੀਆਂ ਵੀ ਮੇਰੀਆਂ ਮਾਵਾਂ ਨੇ, ਭੈਣਾਂ ਨੇ, ਬਜ਼ੁਰਗ ਨੇ, ਉਹ ਸਾਰੇ ਦੁਆ ਜ਼ਰੂਰ ਕਰਿਆ ਕਰੋ, ਕਿਉਂਕਿ ਬੜੀ ਸਾਰੀ ਚੌਧਰੀ ਨਿਜ਼ਾਮਦੀਨ ਦੀ ਅਸੀਂ ਕੈਡ 'ਤੇ ਹਾਂ ਅਤੇ ਬੜਾ ਗੋਡਾ ਫੇਰਨਾ ਚਾਹੁੰਦੇ ਨੇ। ਬਹਰਹਾਲ ਤਾਕਤ ਤਾਂ ਉਹਨਾਂ ਕੋਲ ਹੈ, ਗੋਡਾ ਤਾਂ ਫੇਰ ਸਕਦੇ ਨੇ, ਸਾਨੂੰ ਤਾਂ ਰੱਬ ਹੀ ਬਚਾਈ ਫਿਰਦਾ ਹੈ ਜਾਂ ਤੁਹਾਡੀਆਂ ਦੁਆਵਾਂ ਬਚਾਈ ਫਿਰਦੀਆਂ ਨੇ। ਅਤੇ ਖਸੂਸੀ ਤੌਰ 'ਤੇ ਦੁਆਵਾਂ 'ਚ ਯਾਦ ਰੱਖਣਾ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।